ਸਾਨੂੰ ਪੰਛੀ ਇੰਨਾ ਕੁਝ ਸਮਝਾ ਰਹੇ ਆ, ਇੰਨੀ ਸਾਨੂੰ ਵਧੀਆ ਸਿੱਖਿਆ ਦੇ ਰਹੇ ਆ, ਪਰ ਅਸੀਂ ਸਮਝਦੇ ਕਿਉਂ ਨਹੀਂ ਹੈਗੇ? ਅਸੀਂ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਪਏ? ਇਹ ਸੰਸਾਰ ਹੈਗਾ, ਅਸੀਂ ਇੱਥੇ ਸਾਰੇ ਮੁਸਾਫਿਰ ਹਾਂ ਅਤੇ ਮੁਸਾਫਿਰ ਬਣ ਕੇ ਰਿਹਾ ਕਰੋ। ਇਹ ਸਾਨੂੰ ਸਰੀਰ ਕਿਰਾਏ ਦਾ ਮਿਲਿਆ ਹੈਗਾ ਅਤੇ ਮਾਲਕ ਬਣਨ ਦੀ ਕੋਸ਼ਿਸ਼ ਨਾ ਕਰੋ, ਠੀਕ ਆ? ਸਾਨੂੰ ਪੰਛੀ ਇੰਨਾ ਕੁਝ ਸਮਝਾ ਰਹੇ ਆ, ਅਸੀਂ ਸਮਝਦੇ ਨਹੀਂ ਪਏ, ਠੀਕ ਹੈ? ਪੰਛੀਆਂ ਨੂੰ ਸਵੇਰੇ ਦਾਣਾ ਪਾਇਆ ਤਾਂ ਦਾਣਾ ਦੇਖ ਕੇ ਇੱਕ ਪੰਛੀ ਆਇਆ। ਇੱਕ ਪੰਛੀ ਨੇ ਆ ਕੇ ਉੱਚੀ ਉੱਚੀ ਰੌਲਾ ਪਾਉਣ ਲੱਗ ਗਿਆ, ਕਾਂ ਕਾਂ ਕਰਨ ਲੱਗ ਗਿਆ। ਫਿਰ ਉਹ ਦੇਖਦੇ ਦੇਖਦੇ ਕਿੰਨੇ ਹੀ ਕਾਂ ਇਕੱਠੇ ਹੋ ਗਏ, ਕਿੰਨੇ ਹੀ ਪੰਛੀ ਇਕੱਠੇ ਹੋ ਗਏ, ਠੀਕ ਆ? ਜੇ ਪੰਛੀ ਇਕੱਠੇ ਬੈਠ ਕੇ ਖਾਣਾ ਖਾ ਸਕਦੇ ਆ, ਭੋਜਨ ਖਾ ਸਕਦੇ ਆ, ਫਿਰ ਅਸੀਂ ਕਿਉਂ ਨਹੀਂ ਖਾ ਸਕਦੇ? ਜੇ ਉਹ ਇਕੱਠੇ ਰਹਿ ਕੇ ਰਲ ਮਿਲ ਕੇ ਰਹਿਣਾ ਚਾਹੁੰਦੇ ਆ, ਰਹਿੰਦੇ ਪਏ ਆ, ਉਹ ਖੁਸ਼ੀ ਹੁੰਦੀ ਆ, ਫਿਰ ਇਨਸਾਨ ਵੀ ਇਕੱਠੇ ਰਹਿ ਕੇ ਕਿਉਂ ਖੁਸ਼ ਨਹੀਂ ਹੈਗਾ? ਜੇ ਤੁਸੀਂ ਇਕੱਠੇ ਬੈਠ ਕੇ ਭੋਜਨ ਖਾਓਗੇ, ਇੱਕ ਦੂਜੇ ਦੀ ਸਹਾਇਤਾ ਕਰੋਗੇ, ਇੱਕ ਦੂਜੇ ਦੀ ਹੈਲਪ ਕਰੋਗੇ, ਫਿਰ ਕਿੰਨੀ ਵਧੀਆ ਗੱਲ ਆ, ਕਿੰਨੀ ਖੁਸ਼ੀ ਦੀ ਗੱਲ ਆ। ਕੀ ਤੁਹਾਨੂੰ ਖੁਸ਼ੀ ਨਹੀਂ ਮਿਲੂਗੀ? ਕੀ ਤੁਹਾਨੂੰ ਆਨੰਦ ਨਹੀਂ ਮਿਲੇਗਾ? ਨਾ ਅਸੀਂ ਸੰਸਾਰ ਵਿੱਚ ਇਕੱਠੇ ਹੁੰਦੇ ਹਾਂ, ਨਾ ਅਸੀਂ ਆਪਣੇ ਪਰਿਵਾਰ 'ਚ ਇਕੱਠੇ ਹੋ ਕੇ ਬਹਿੰਦੇ ਹਾਂ। ਜੇ ਪਰਿਵਾਰ ਦੇ 6 ਜੀ ਆ, 6 ਦੇ ਮੂੰਹ ਅਲੱਗ-ਅਲੱਗ ਆ, ਕੋਈ ਇੱਧਰ ਨੂੰ ਜਾ ਰਿਹਾ, ਕੋਈ ਉੱਧਰ ਨੂੰ ਜਾ ਰਿਹਾ। ਪੰਛੀ ਸਾਨੂੰ ਇੰਨਾ ਕੁਝ ਸਮਝਾ ਰਹੇ ਆ, ਜੇ ਪੰਛੀ ਇਕੱਠੇ ਬੈਠ ਕੇ ਭੋਜਨ ਖਾ ਸਕਦੇ ਆ, ਦਾਣਾ ਚੁਗ ਸਕਦੇ ਆ, ਅਸੀਂ ਆਪਣੇ ਪਰਿਵਾਰ ਵਿੱਚ ਬੈਠ ਕੇ ਇਕੱਠੇ ਕਿਉਂ ਨਹੀਂ ਖਾ ਸਕਦੇ? ਰਾਤ ਦਾ ਖਾਣਾ, ਸ਼ਾਮ ਦਾ ਖਾਣਾ ਇਕੱਠੇ ਬੈਠ ਕੇ ਖਾਇਆ ਕਰੋ। ਇਸ ਤਰ੍ਹਾਂ ਘਰ ਵਿੱਚ ਪਿਆਰ ਮੁਹੱਬਤ ਬਣਿਆ ਰਹਿੰਦਾ। ਪੰਛੀ ਇੰਨਾ ਕੁਝ ਸਾਨੂੰ ਸਮਝਾ ਰਿਹਾ, ਅਸੀਂ ਫਿਰ ਕਿਉਂ ਨਹੀਂ ਸਮਝਦੇ? ਸਾਨੂੰ ਜੋ ਸਮੇਂ ਦਾ ਆਨੰਦ ਲੈਣਾ ਚਾਹੀਦਾ, ਉਸੇ ਆਨੰਦ ਕਿਉਂ ਨਹੀਂ ਲੈ ਰਹੇ? ਅੱਜ ਜੋ ਸਮੇਂ ਚੱਲ ਰਿਹਾ, ਇਹਦਾ ਆਨੰਦ ਲਓ, ਆਉਣ ਵਾਲੀ ਚਿੰਤਾ ਨਾ ਕਰੋ। ਪੰਛੀ ਦੇਖੋ ਸਾਨੂੰ ਕਿੰਨਾ ਸੋਹਣਾ ਸਮਝਾ ਰਿਹਾ। ਪੰਛੀ ਸਵੇਰੇ ਆਪਣੇ ਆਲ੍ਹਣੇ ਦੇ ਵਿੱਚੋਂ ਨਿਕਲਦੇ ਆ, ਆਪਣੇ ਘੋਂਸਲੇ ਵਿੱਚੋਂ ਨਿਕਲਦੇ ਆ ਅਤੇ ਸੰਸਾਰ ਵਿੱਚ ਦਾਣਾ ਚੁਗਣ ਚਲੇ ਜਾਂਦੇ ਆ। ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਆਪਣੇ ਘਰ ਪਹੁੰਚ ਜਾਂਦੇ ਆ, ਆਪਣੇ ਆਲ੍ਹਣੇ ਵਿੱਚ ਪਹੁੰਚ ਜਾਂਦੇ ਆ, ਅਤੇ ਉਹ ਇਕੱਠਾ ਨਹੀਂ ਕਰਦੇ। ਫਿਰ ਇਨਸਾਨ ਕਿਉਂ ਇਕੱਠਾ ਕਰਨ 'ਤੇ ਲੱਗਿਆ ਹੋਇਆ? ਅਸੀਂ ਕਹਿੰਦੇ 2 ਪੀੜ੍ਹੀਆਂ ਲਈ ਇਕੱਠਾ ਹੋ ਗਿਆ, ਤੀਜੀ ਨਾ ਭੁੱਖੀ ਮਰ ਜਾਵੇ, ਅਸੀਂ ਹੋਰ ਮਿਹਨਤ ਕਰਨ ਲੱਗ ਜਾਂਦੇ। ਸਾਰੀ ਉਮਰ ਮਿਹਨਤੀ ਕਰੀ ਜਾਂਦੇ, ਮਿਹਨਤੀ ਕਰੀ ਜਾਂਦੇ, ਜਦੋਂ ਖਾਣ ਦੀ ਵਾਰੀ ਆਉਂਦੀ ਗੱਡੀ ਚੜ੍ਹ ਜਾਂਦੇ ਆ। ਇਹ ਇਕੱਠਾ ਕਰਨ ਨੂੰ ਸੰਸਾਰ ਕੁਛ ਨਹੀਂ ਹੈਗਾ, ਇਹਦਾ ਆਨੰਦ ਲਓ। ਇਹ ਤੁਹਾਡੇ ਵਾਸਤੇ ਬਣਿਆ, ਤੁਹਾਡੀ ਜ਼ਰੂਰਤਾਂ ਲਈ ਬਣਿਆ, ਤੁਹਾਡੇ ਲਈ। ਇਹਨੂੰ ਬੋਝ ਨਾ ਬਣਾਓ। ਇੱਕ ਪੰਛੀ ਹੋ ਕੇ ਸਾਨੂੰ ਇੰਨਾ ਕੁਝ ਸਮਝਾ ਰਿਹਾ, ਅਸੀਂ ਇਨਸਾਨ ਹੋ ਕੇ ਨਹੀਂ ਕੰਮ ਕਰ ਸਕਦੇ? ਅਸੀਂ ਇਨਸਾਨ ਹੋ ਕੇ ਇਕੱਠੇ ਬੈਠ ਕੇ ਨਹੀਂ ਖਾ ਸਕਦੇ? ਇੱਕ ਦੂਜੇ ਦੀ ਸਹਾਇਤਾ ਕਰੋ, ਇੱਕ ਦੂਜੇ ਨਾਲ ਪ੍ਰੇਮ ਕਰੋ, ਫਿਰ ਤੁਹਾਨੂੰ ਆਨੰਦ ਕਿੰਨਾ ਮਿਲੇਗਾ। ਪੰਛੀ ਸਵੇਰੇ ਸੂਰਜ ਦੀ ਇੱਕ ਪਹਿਲੀ ਕਿਰਨ ਨਿਕਲਦੀ ਆ, ਪੰਛੀ ਆਪਣੇ ਘੋਂਸਲੇ 'ਚੋਂ ਬਾਹਰ ਨਿਕਲ ਜਾਂਦੇ ਆ। ਅਸੀਂ ਇਨਸਾਨ ਹੋ ਕੇ ਜਦੋਂ ਸੂਰਜ ਸਾਡੇ ਸਿਰ 'ਤੇ ਆ ਜਾਂਦਾ, 9-10 ਵੱਜ ਜਾਂਦੇ, ਫਿਰ ਅਸੀਂ ਬਿਸਤਰੇ ਉੱਠਦੇ ਹਾਂ। ਤਾਂ ਹੀ ਤਾਂ ਬਿਮਾਰੀਆਂ ਲੱਗੀ ਰਹਿੰਦੀਆਂ ਆਪਾਂ ਨੂੰ, ਤਰ੍ਹਾਂ ਤਰ੍ਹਾਂ ਦੀ ਦਵਾਈਆਂ ਖਾਈ ਜਾ ਰਹੇ ਅਸੀਂ। ਅੰਮ੍ਰਿਤ ਵੇਲੇ ਉੱਠਿਆ ਕਰੋ, ਅੰਮ੍ਰਿਤ ਵੇਲੇ ਸੰਭਾਲ ਕਰੋ। ਅੰਮ੍ਰਿਤ ਵੇਲੇ ਉੱਠੋਗੇ ਤਾਂ ਤੁਹਾਡਾ ਸਰੀਰ ਵੀ ਤੰਦਰੁਸਤ ਰਹੇਗਾ। ਪੰਛੀ ਦੇਖੋ ਕਿੰਨਾ ਸਾਨੂੰ ਸਮਝਾ ਰਹੇ ਆ। ਸੂਰਜ ਦੀ ਪਹਿਲੀ ਕਿਰਨ ਨਿਕਲਦੀ ਆ ਅਤੇ ਘੋਂਸਲੇ 'ਚੋਂ ਪੰਛੀ ਆਪਣੇ ਘੋਂਸਲਾ ਛੱਡ ਦਿੰਦੇ ਆ, ਆਪਣੇ ਆਲ੍ਹਣੇ 'ਚੋਂ ਬਾਹਰ ਆ ਜਾਂਦੇ ਆ। ਔਰ ਅਸੀਂ 9-10 ਵਜੇ ਤੱਕ ਬਿਸਤਰਾ ਹੀ ਨਹੀਂ ਛੱਡਦੇ ਸਵੇਰੇ। ਫਿਰ ਅਸੀਂ ਦੁਖੀ ਹੁੰਦੇ ਹਾਂ। ਪੰਛੀ ਇਕੱਠੇ ਬੈਠ ਕੇ ਰੋਟੀ ਖਾ ਸਕਦੇ ਆ, ਪੰਛੀ ਇਕੱਠੇ ਬੈਠ ਕੇ ਦਾਣਾ ਖਾ ਸਕਦੇ ਆ, ਪੰਛੀ ਰਲ ਮਿਲ ਕੇ ਬੈਠ ਕੇ ਖਾ ਸਕਦੇ ਆ, ਪਰ ਅਸੀਂ ਇਨਸਾਨ ਹੋ ਕੇ ਕਿਉਂ ਨਹੀਂ ਇਕੱਠੇ ਬਹਿੰਦੇ?
ਕਿਉਂ ਨਹੀਂ ਅਸੀਂ ਇਕੱਠੇ ਉੱਠ ਕੇ ਬਹਿੰਦੇ ਸੀ? ਕਿਉਂਕਿ ਸਾਨੂੰ ਇਕੱਠੇ ਕਰਨ ਦੀ ਆਦਤ ਪੈ ਗਈ। ਸਾਨੂੰ ਆਪਣੇ ਆਪ ਦੀ ਬਸ ਆਪਣਾ ਆਪ ਹੀ ਸਵਾਰ ਲਓ, ਦੂਜੇ ਦਾ ਨਹੀਂ। ਦੂਜਾ ਚਾਹੇ ਮਰੇ ਗੱਲੇ, ਸਾਨੂੰ ਵੀ ਪਰਵਾਹ ਨਹੀਂ। ਇਹੋ ਜਿਹੀ ਸੋਚ ਨਾ ਰੱਖੋ। ਸੰਸਾਰ 'ਚ ਇਕੱਠਾ ਕਰਨ ਨੂੰ ਕੁਝ ਵੀ ਨਹੀਂ ਹੈਗਾ। ਜੋ ਸੰਸਾਰ ਜੋ ਕੁਝ ਵੀ ਹੈਗਾ ਤੁਹਾਡੀ ਸੁੱਖ ਸਹੂਲਤਾਂ ਵਾਸਤੇ ਬਣਿਆ, ਠੀਕ ਹੈ, ਤੁਹਾਡੀ ਜ਼ਰੂਰਤਾਂ ਵਾਸਤੇ ਬਣਿਆ। ਇਹਨੂੰ ਬੋਝ ਨਾ ਬਣਾਓ, ਇਹਦਾ ਆਨੰਦ ਲਓ, ਠੀਕ ਆ। ਔਰ ਆਉਣ ਵਾਲੇ ਸਮੇਂ ਦੀ ਚਿੰਤਾ ਨਾ ਕਰਿਆ ਕਰੋ। ਜਿਹਨੇ ਅੱਜ ਦਿੱਤੀ ਹੈ ਉਹ ਕੱਲ੍ਹ ਵੀ ਦਊਂਗਾ। ਪੰਛੀ ਦੇਖ ਲਓ, ਸ਼ਾਮ ਨੂੰ ਜਦੋਂ ਘਰ ਵਾਪਸ ਮੁੜਦੇ ਆਪਣੇ ਆਲਣੇ ਵਿੱਚ, ਘੋਂਸਲੇ ਵਿੱਚ, ਉਹ ਇਕੱਠਾ ਨਹੀਂ ਕਰਦੇ। ਥੋੜ੍ਹਾ ਬਹੁਤਾ ਦਾਣਾ ਆਪਣੇ ਬੱਚਿਆਂ ਲਈ ਲੈ ਕੇ ਜਾਂਦੇ ਆ। ਉਹ ਕੱਲ੍ਹ ਦੇਖਾਂਗੇ। ਅਸੀਂ ਇਨਸਾਨ ਹੋ ਕੇ ਅਸੀਂ ਕਈ ਜਨਮਾਂ ਦੀ ਇਕੱਠੇ ਕਰੀ ਜਾ ਰਹੇ ਹਾਂ, ਕਈ ਪੀੜ੍ਹੀਆਂ ਲਈ ਇਕੱਠੇ ਕਰੀ ਜਾ ਰਹੇ ਹਾਂ। ਵਿਚਾਰ ਕਰਿਆ ਕਰੋ, ਸੋਚਿਆ ਕਰੋ, ਸਮਝਿਆ ਕਰੋ। ਸਵੇਰੇ ਉੱਠ ਕੇ ਪੰਛੀਆਂ ਨੂੰ ਰੋਟੀ ਪਾ ਕੇ ਦੇਖੋ, ਤੁਹਾਨੂੰ ਮਨ ਨੂੰ ਕਿੰਨੀ ਸ਼ਾਂਤੀ ਮਿਲੇਗੀ। ਕੁਛ ਨਾ ਕੁਛ ਇਸ਼ਾਰਾ ਕਰਦੇ ਪਏ, ਕੁਦਰਤ ਸਾਨੂੰ ਕੁਛ ਨਾ ਕੁਛ ਸਮਝਾ ਰਹੀ ਆ, ਪਰ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਪਏ। ਆਪਣੇ ਜੀਵਨ ਨੂੰ, ਇਸ ਕੀਮਤੀ ਸਮੇਂ ਨੂੰ, ਕੀਮਤੀ ਦੇਹ ਨੂੰ, ਇਸ ਮਨੁੱਖੀ ਚੋਲੇ ਨੂੰ ਅਸੀਂ ਵਿਅਰਥ ਹੀ ਕਰੀ ਜਾ ਰਹੇ। ਇਹ ਬਹੁਤ ਕੀਮਤੀ ਹੈਗਾ। 84 ਲੱਖ ਜੂਨੀਆਂ ਤੋਂ ਬਾਅਦ ਇਹ ਸਾਨੂੰ ਸਰੀਰ ਮਿਲਿਆ। ਇਹਦੀ ਕਦਰ ਕਰੋ। ਇਹ ਸਰੀਰ ਬਾਰ-ਬਾਰ ਨਹੀਂ ਮਿਲਦਾ। ਪਰਮਾਤਮਾ ਨੂੰ ਪਾਣਾ ਬਹੁਤ ਸੌਖਾ ਆ, ਪਰ ਇਸ ਇਨਸਾਨੀ ਜਾਮੇ ਨੂੰ ਪਾਣਾ ਬਹੁਤ ਔਖਾ ਹੈ। ਇਹ ਮਨੁੱਖੀ ਚੋਲਾ ਮਿਲਣਾ ਬਹੁਤ ਔਖਾ ਆ। ਇਹ ਭਾਗਾ ਵਾਲਿਆਂ ਨੂੰ ਮਿਲਦਾ, ਕਿਸਮਤ ਵਾਲਿਆਂ ਨੂੰ ਮਿਲਦਾ, ਭਗਤੀ ਕਰਨ ਵਾਲਿਆਂ ਨੂੰ ਮਿਲਦਾ, ਨਾਮ ਸਿਮਰਨ ਦੀ ਕਮਾਈ ਕਰਨ ਵਾਲਿਆਂ ਨੂੰ ਮਿਲਦਾ। ਆਪਣੇ ਜੀਵਨ ਦਾ ਫਾਇਦਾ ਲੈ ਲਵੋ। ਆਪਣੀ ਇਨਸਾਨੀਅਤ ਨੂੰ ਜਿੰਦਾ ਰੱਖਿਆ ਕਰੋ। ਇੱਕ ਦੂਜੇ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰੋ। ਇੱਕ ਦੂਜੇ ਦੀ ਹੈਲਪ ਕਰਿਆ ਕਰੋ। ਇੱਕ ਦੂਜੇ ਨਾਲ ਪ੍ਰੇਮ ਕਰਿਆ ਕਰੋ। ਨਫ਼ਰਤ ਛੱਡ ਦਿਓ। ਸਾਰੀ ਉਮਰ ਅਸੀਂ ਲੱਗੇ ਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰਾਮ 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 ਸਿਮਰਨ ਕਰੀ ਜਾਂਦੇ, ਰਾਤ ਦਿਨ ਮਾਲਾ ਕਮਾਈ ਜਾ ਰਹੇ ਹਾਂ। ਫਿਰ ਸਾਨੂੰ ਇੰਨੀ ਮਾਲਾ ਕਮਾ ਕੇ ਵੀ, ਇੰਨਾ ਸਿਮਰਨ ਕਰਕੇ ਵੀ ਸਾਨੂੰ ਦੂਜੇ ਦੇ ਵਿੱਚ ਪਰਮਾਤਮਾ ਨਜ਼ਰ ਨਹੀਂ ਆਇਆ। ਜੇ ਆਪਣੇ ਅੰਦਰ ਦਇਆ ਨਹੀਂ ਹੋਈ, ਨਿਮਰਤਾ ਨਹੀਂ ਆਈ, ਤਾਂ ਸਾਡਾ ਸਾਰਾ ਸਿਮਰਨ ਕਮਾਇਆ, ਸਾਡੀ ਮਾਲਾ ਕਮਾਈ ਸਾਰੀ ਵਿਅਰਥ ਆ। ਕਹਿੰਦੇ ਨਾ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਠੀਕ ਆ ਨਾ। ਇਹ ਸਿਮਰਨ ਆਪਾਂ ਕਰਦੇ ਹਾਂ, ਬੰਦਗੀ ਆਪਾਂ ਕਰਦੇ ਹਾਂ। ਇਹ ਬੰਦਗੀ ਨਾਲ ਨਿਮਰਤਾ ਹੁੰਦੀ ਆ, ਠੀਕ ਆ। ਜੇ ਸਾਡੇ ਵਿੱਚ ਨਿਮਰਤਾ ਹੀ ਨਹੀਂ ਆਈ, ਇੰਨਾ ਸਿਮਰਨ ਕਰਕੇ, ਵਾਹਿਗੁਰੂ ਵਾਹਿਗੁਰੂ ਕਰਕੇ, ਰਾਮ ਰਾਮ ਕਰਕੇ, ਅੱਲਾ ਅੱਲਾ ਕਰਕੇ, ਇੰਨਾ ਸਿਮਰਨ ਕਰਕੇ, ਇੰਨੀ ਮਾਲਾ ਕਮਾ ਕੇ, ਮਾਲਾ ਦੇ ਮਣਕੇ ਘਸਾ ਤੇ ਫਿਰ ਵੀ ਸਾਨੂੰ ਦੂਜੇ ਦੇ ਵਿੱਚ ਪਰਮਾਤਮਾ ਨਜ਼ਰ ਨਹੀਂ ਆਇਆ, ਤਾਂ ਸਾਰਾ ਸਿਮਰਨ ਕੀਤਾ ਵਿਅਰਥ ਆ, ਬੇਕਾਰ ਆ। ਇੱਕ ਪਾਸੇ ਕਹਿੰਦੇ ਸਾਹੀ ਪਰਮਾਤਮਾ ਕਣ ਕਣ ਦੇ ਵਿੱਚ ਆ, ਘਟ ਘਟ ਦੇ ਵਿੱਚ ਆ। ਫਿਰ ਸਾਨੂੰ ਦੂਜੇ ਦੇ ਵਿੱਚ ਪਰਮਾਤਮਾ ਨਜ਼ਰ ਕਿਉਂ ਨਹੀਂ ਆ ਰਿਹਾ? ਫਿਰ ਅਸੀਂ ਦੂਜਿਆਂ ਨੂੰ ਬੁਰੀ ਨਜ਼ਰ ਨਾਲ ਕਿਉਂ ਦੇਖਦੇ ਹਾਂ? ਦੂਜਿਆਂ ਨੂੰ ਮਾੜੀ ਨਜ਼ਰ ਨਾਲ ਕਿਉਂ ਦੇਖਦੇ ਹਾਂ? ਇਹ ਛੋਟੀ ਛੋਟੀ ਗੱਲਾਂ ਸਮਝਣ ਦੀ ਕੋਸ਼ਿਸ਼ ਕਰੋ। ਸਾਡੇ ਸੰਤਾਂ, ਮਹਾਂਪੁਰਸ਼ਾਂ ਨੇ, ਫਕੀਰਾਂ ਨੇ ਨਾਮ ਦਾ ਹੋਕਾ ਦਿੱਤਾ ਸੀ, ਬੰਦਗੀ ਕਰੋ, ਨਾਮ ਜਪੋ, ਨਾਮ ਜਪੋ। ਪਰ ਅਸੀਂ ਨਾਮ ਹੀ ਨਹੀਂ ਜਪਦੇ ਪਏ। ਅਸੀਂ ਬਾਹਰਲੇ ਕਰਮ ਕਾਂਡ ਹੀ ਕਰੀ ਜਾ ਰਹੇ ਹਾਂ। ਪਰਮਾਤਮਾ ਅੰਤਰ ਵਿੱਚ ਬੈਠਾ ਆ। ਮਿਲਣ ਦਾ ਰਾਸਤਾ ਵੀ ਸਾਡੇ ਅੰਦਰ ਆ, ਪਰ ਅਸੀਂ ਉਹਨੂੰ ਮਿਲਣ ਦੀ ਬਜਾਏ, ਅੰਦਰ ਮਿਲਣ ਦੀ ਬਜਾਏ, ਅੰਦਰ ਪਰਮਾਤਮਾ ਤੱਕ ਪਹੁੰਚਣ ਦੀ ਬਜਾਏ ਅਸੀਂ ਬਾਹਰਲੇ ਕਰਮ ਕਾਂਡ ਹੀ ਕਰੀ ਜਾ ਰਹੇ ਹਾਂ, ਜੋ ਸਾਡਾ ਵਿਅਰਥ ਆ। ਅਸੀਂ ਜੋਤ ਅੰਦਰ ਜਗਾਣੀ ਸੀ, ਅੰਦਰ ਦੇਖਣਾ ਸੀ, ਅਰੀ ਬਾਹਰੀ ਜੋਤਾਂ ਜਗਾ ਕੇ ਬੈਠ ਗਏ। ਅਸੀਂ ਅੰਦਰ ਘੰਟੇ ਵਜਾਣੇ ਸੀ, ਅੰਦਰ ਘੰਟੇ ਦੀ ਆਵਾਜ਼ਾਂ ਸੁਣਨੀਆਂ ਸੀ, ਅੰਦਰ ਤਰ੍ਹਾਂ ਤਰ੍ਹਾਂ ਦੀ ਆਵਾਜ਼ਾਂ ਸੁਣਨਾ ਸੀ, ਅਸੀਂ ਬਾਹਰੀ ਘੰਟੀਆਂ ਲਗਾ ਕੇ ਬੈਠ ਗਏ। ਅਸੀਂ ਅੰਦਰ ਲਾਈਟਾਂ ਦੇਖਣੀਆਂ ਸੀ, ਰੰਗ ਬਰੰਗੇ ਪ੍ਰਕਾਸ਼ ਦੇਖਣਾ ਸੀ, ਰੰਗ ਬਰੰਗੀਆਂ ਲਾਈਟਾਂ ਅੰਦਰ ਦੇਖਣੀਆਂ ਸੀ। ਅਸੀਂ ਅੰਦਰ ਦੇਖਣ ਦੀ ਬਜਾਏ ਅਸੀਂ ਬਾਹਰ ਹੀ ਲਗਾ ਕੇ ਬੈਠ ਗਏ। ਅਸੀਂ ਬਾਹਰਮੁਖੀ ਹੀ ਬਣ ਗਏ। ਅਸੀਂ ਅੰਤਰ ਵਿੱਚ ਨਹੀਂ ਜਾ ਰਹੇ। ਇਹ ਸਾਡੇ ਦੁੱਖ ਦਾ ਕਾਰਨ ਆ। ਇਸ ਲਈ ਅੱਜ ਲੋਕ ਸ਼ੋਸ਼ਣ ਕਰੀ ਜਾ ਰਹੇ ਆ। ਅਸੀਂ ਆਪਣੇ ਆਪ ਨੂੰ ਜਾਣਨਾ ਸੀ, ਆਪਣੇ ਆਪ ਨੂੰ ਪਹਿਚਾਨਣਾ ਸੀ, ਪਰ ਅਸੀਂ ਆਪਣੇ ਆਪ ਨੂੰ ਜਾਣਨ ਦੀ ਬਜਾਏ, ਆਪਣੇ ਆਪ ਨੂੰ ਪਹਿਚਾਨਣ ਦੀ ਬਜਾਏ ਅਸੀਂ ਦੂਜੇ ਬੰਦੇ ਨੂੰ ਪਹਿਚਾਨੀ ਜਾ ਰਹੇ ਹਾਂ, ਦੂਜੇ ਬੰਦੇ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਦੂਜੇ ਬੰਦੇ ਦੀ ਕਮੀਆਂ ਲੱਭਣ ਦੀ ਕੋਸ਼ਿਸ਼ ਕਰਦੇ ਪਏ ਹਾਂ, ਜੋ ਅੱਜ ਸਾਡੇ ਦੁੱਖ ਦਾ ਕਾਰਨ ਆ। ਅਸੀਂ ਆਪਣੇ ਆਪ ਦੀ ਪਹਿਚਾਨ ਕਰੋ, ਆਪਣੇ ਆਪ ਜਾਣਨ ਦੀ ਕੋਸ਼ਿਸ਼ ਕਰੋ। ਠੀਕ ਹੈ, ਸੰਸਾਰ ਵਿੱਚ
ਜ਼ਰੂਰਤਾਂ ਆਪਣੀ ਹੈਗੀਆਂ, ਜੋ ਜ਼ਰੂਰਤਾਂ ਠੀਕ ਆ, ਪਰ ਇੰਨੀ ਵੀ ਨਾ ਜ਼ਰੂਰਤ ਆਪਣੀ ਵਧਾਓ ਜੋ ਤੁਹਾਡੇ ਦੁੱਖ ਦਾ ਕਾਰਨ ਬਣੇ। ਸੰਸਾਰ ਸਭ ਕੁਝ ਜੋ ਕੁਝ ਵੀ ਹੈਗਾ, ਕੁਦਰਤ ਨੇ, ਉਸ ਪਰਮਾਤਮਾ ਨੇ ਜੋ ਕੁਝ ਵੀ ਸੰਸਾਰ ਬਣਾਇਆ ਸਾਡੀ ਸਹੂਲਤਾਂ ਵਾਸਤੇ ਬਣਾਈਆਂ, ਸਾਡੇ ਆਨੰਦ ਲੈਣ ਵਾਸਤੇ ਬਣਾਇਆ। ਪਰ ਅਸੀਂ ਆਨੰਦ ਲੈਣ ਦੀ ਬਜਾਏ ਇਹਨਾਂ ਚੀਜ਼ਾਂ ਨੂੰ ਇਕੱਠੀਆਂ ਕਰਨ ਤੇ ਲੱਗੇ ਹੋਏ ਹਾਂ, ਜੋ ਇਕੱਠਾ ਹੀ ਕਰੀ ਜਾ ਰਹੇ, ਇਕੱਠਾ ਹੀ ਕਰੀ ਜਾ ਰਹੇ। ਦੋ ਪੀੜ੍ਹੀਆਂ ਲਈ ਇਕੱਠਾ ਕਰ ਲਿਆ, ਤੀਜੀ ਨਾ ਭੁੱਖੇ ਮਾਰੋ ਜੇ, ਉਹਦੀ ਚਿੰਤਾ ਸਾਨੂੰ ਲੱਗੀ ਹੋਈ ਆ, ਜੋ ਸਾਡਾ ਦੁੱਖ ਦਾ ਕਾਰਨ ਆ। ਇੱਕ ਦੂਜੀ ਸਹਾਇਤਾ ਕਰਨ ਦੀ ਕੋਸ਼ਿਸ਼। ਜੇ ਪੰਛੀ ਇਕੱਠੇ ਬੈਠ ਕੇ ਭੋਜਨ ਖਾ ਸਕਦੇ ਆ, ਪੰਛੀ ਰੋਲਾ ਇਕੱਠੇ ਹੋ ਕੇ ਦਾਣਾ ਚੁਗ ਸਕਦੇ ਆ, ਦਾਣਾ ਖਾ ਸਕਦੇ ਆ, ਫਿਰ ਅਸੀਂ ਕਿਉਂ ਨਹੀਂ ਇਕੱਠੇ ਬੈਠ ਸਕਦੇ? ਅਸੀਂ ਬਾਹਰ ਕੀ ਇਕੱਠੇ ਹੋਣਾ, ਅਸੀਂ ਪਰਿਵਾਰ 'ਚ ਇਕੱਠੇ ਹੋ ਕੇ ਬੈਠਦੇ ਨਹੀਂ ਹੈਗੇ। ਅੱਜ ਇੱਕ ਟਾਈਮ ਦਾ ਖਾਣਾ, ਅਗਰ ਪਰਿਵਾਰ ਨੂੰ ਖੁਸ਼ ਰੱਖਣਾ ਚਾਹੁੰਦੇ ਹੋ, ਪਰਿਵਾਰ ਨੂੰ ਇੱਕ ਮੁੱਠੀ 'ਚ ਰੱਖਣਾ ਚਾਹੁੰਦੇ ਹੋ, ਤਾਂ ਇੱਕ ਟਾਈਮ ਦੀ ਰੋਟੀ ਘੱਟੋ ਘੱਟ ਸਾਰਾ ਪਰਿਵਾਰ ਬੈਠ ਕੇ ਖਾਇਆ ਕਰੋ। ਫਿਰ ਰੋਟੀ ਖਾਣਾ ਖਾਣ ਤੋਂ ਬਾਅਦ ਰਾਤ ਨੂੰ ਆਪਣੇ ਪਰਿਵਾਰ ਇਕੱਠੇ ਹੋ ਕੇ ਬੈਠ ਕੇ ਭਜਨ ਸਿਮਰਨ ਕਰਾਇਆ ਕਰੋ, ਨਾਮ ਸਿਮਰਨ ਦੀ ਕਮਾਈ ਇਕੱਠੀ ਕਰੋ, ਸਾਰਾ ਪਰਿਵਾਰ ਬੈਠ ਕੇ ਕਰੋ। ਜੇ ਇਕੱਲਾ ਬੰਦਾ ਇੱਕ ਪਰਮਾਤਮਾ ਦੇ ਸਫ਼ਰ ਦੀ ਇੱਕ ਬਹੁਤ ਵੱਡੀ ਖਾਸੀਅਤ ਹੈਗੀ ਆ, ਜੇ ਇਹ ਇਨਸਾਨ ਇਕੱਲਾ ਬੈਠ ਕੇ ਭਗਤੀ ਕਰਦਾ, 1 ਘੰਟਾ ਭਗਤੀ ਕਰੂੰਗਾ, ਉਹਨੂੰ 1 ਘੰਟੇ ਦਾ ਫਲ ਮਿਲਦਾ ਹੈ। ਜੇ ਅਸੀਂ 10 ਜੀ ਬੈਠਾਂਗੇ, 10 ਜਣੇ ਬੈਠ ਕੇ ਇਕੱਠੇ ਬੈਠ ਕੇ ਸਿਮਰਨ ਕਰਾਂਗੇ, ਬੰਦਗੀ ਕਰਾਂਗੇ, ਸਾਡੇ ਖਾਤੇ ਵਿੱਚ 10-10 ਘੰਟੇ ਜੁੜਨੇ ਆ ਹਰ ਬੰਦੇ ਦੇ। ਜੇ ਅਸੀਂ 5 ਜੀ ਬੈਠ ਕੇ ਭਗਤੀ ਕਰਾਂਗੇ, 5 ਜਣੇ ਬੈਠ ਕੇ ਭਗਤੀ ਕਰਾਂਗੇ, ਸਾਡੇ ਖਾਤੇ 5-5 ਘੰਟੇ ਜੁੜਨੇ ਆ। ਤੇ ਇਸ ਕਰਕੇ ਇਕੱਠੇ ਬੈਠ ਕੇ ਬੈਠਣ ਦੀ ਕੋਸ਼ਿਸ਼ ਕਰਿਆ ਕਰੋ, ਸਿਮਰਨ ਕਰਿਆ ਕਰੋ। ਫਿਰ ਆਪਣੇ ਸੋਇਆ ਕਰੋ, ਫਿਰ ਤੁਸੀਂ ਜੋ ਸੋਓਗੇ ਤੁਹਾਡੇ ਅੰਤਰ ਵਿੱਚ ਵੀ ਸਿਮਰਨ ਚੱਲੀ ਜਾਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰਾਮ ਰਾਮ ਰਾਮ। ਫਿਰ ਸਵੇਰੇ ਤੁਹਾਡੀ ਅੱਖ ਖੁੱਲੂਗੀ, ਤੁਹਾਨੂੰ ਇਹ ਲੱਗਣਾ ਕਿ ਤੁਹਾਡੇ ਅੰਤਰ ਵਿੱਚ ਸਿਮਰਨ ਚੱਲਦਾ ਪਿਆ। ਫਿਰ ਤੁਹਾਨੂੰ ਅੱਛੇ ਅੱਛੇ ਸੁਪਨੇ ਆਉਣਗੇ, ਡਰਾਵੇ ਸੁਪਨੇ ਨਹੀਂ ਆਉਣੇ। ਫਿਰ ਤੁਹਾਨੂੰ ਕਿਸੇ ਨੇ ਪਰੇਸ਼ਾਨ ਨਹੀਂ ਕਰਨਾ। ਅਸੀਂ ਟੀਵੀ ਦੇਖ ਕੇ ਸੌਂਦੇ ਹਾਂ, ਟੀਵੀ ਦੇਖ ਕੇ ਨਾਟਕ ਦੇਖ ਕੇ ਸੌਂਦੇ ਹਾਂ, ਹੈ ਨਾ, ਅਤੇ ਉਹੀ ਸਾਨੂੰ ਸੁਪਨੇ 'ਚ ਆਉਂਦੇ ਆ। ਫਿਰ ਅਸੀਂ ਡਰੀ ਜਾਂਦੇ ਹਾਂ, ਫਿਰ ਅਸੀਂ ਬਾਬਿਆਂ ਕੋਲ ਭੱਜਦੇ, ਕਿਸੇ ਨੇ ਕੁਛ ਕਰ ਦਿੱਤਾ, ਸਾਨੂੰ ਇੱਦਾਂ ਦੇ ਸੁਪਨੇ ਆਉਂਦੇ ਆ। ਫਿਰ ਤਰ੍ਹਾਂ ਤਰ੍ਹਾਂ ਦੇ ਅਸੀਂ ਬਾਹਰਲੇ ਕਰਮ ਕਰਦੇ ਹਾਂ। ਫਿਰ ਅੰਮ੍ਰਿਤ ਵੇਲੇ ਸਾਨੂੰ ਉੱਠਣਾ ਚਾਹੀਦਾ, ਅੰਮ੍ਰਿਤ ਵੇਲੇ ਸੰਭਾਲ ਕਰਨੀ ਚਾਹੀਦੀ ਹੈ। ਸਵੇਰੇ ਸਾਜਰੇ ਉੱਠਣਾ ਚਾਹੀਦਾ, ਬ੍ਰਹਮ ਮੁਹੂਰਤ ਵਿੱਚ ਉੱਠਣਾ ਚਾਹੀਦਾ, ਉੱਠ ਕੇ ਪ੍ਰਭੂ ਦੇ ਚਰਨਾਂ 'ਚ ਹਾਜ਼ਰੀ ਲਗਾਉਣੀ ਚਾਹੀਦੀ ਆ। ਪਾਠ ਕਰਨ ਤੋਂ ਬਾਅਦ ਸਿਮਰਨ ਕਰਨਾ ਚਾਹੀਦਾ, ਅੰਤਰ ਵਿੱਚ ਸਵਾਸਾਂ ਨਾਲ ਸਿਮਰਨ ਕਰਦੇ ਹੋਏ ਇੱਥੇ ਧਿਆਨ ਲਗਾਉਣਾ। ਫਿਰ ਉਸ ਤੋਂ ਬਾਅਦ ਸੰਸਾਰ ਦੇ ਕੰਮ ਕਰਿਆ ਕਰੋ। ਪੰਛੀ ਅੰਮ੍ਰਿਤ ਵੇਲੇ ਉੱਠਦੇ ਆ, ਪੰਛੀ ਸਵੇਰੇ ਇੱਕ ਕਿਰਨ ਸੂਰਜ ਦੀ ਪੈਂਦੀ ਤਾਂ ਉੱਠ ਜਾਂਦੇ ਆ। ਅਸੀਂ ਇਨਸਾਨ ਹੋ ਕੇ ਨਹੀਂ ਉੱਠਦੇ ਪਏ, ਬੜੀ ਸ਼ਰਮ ਦੀ ਗੱਲ ਹੈ। ਆਪਣੇ ਆਪ ਬਦਲਣ ਦੀ ਕੋਸ਼ਿਸ਼ ਕਰੋ, ਇਸ ਜੀਵਨ ਦੀ, ਇਸ ਮਨੁੱਖੀ ਝੋਲੇ ਦੀ ਕਦਰ ਕਰੋ। ਇਹ ਸਰੀਰ